अस्सलामुअलैकुम। मैं आज आया हूँ जी अल रहमान रहीम स्पेयर पार्ट एंड ऑटो वर्कशॉप वालों के पास। लाहौर के मशहूर व मरूफ हस्ती उस्ताद मुदस्सर साहब की ये दुकान है जी। हम उनसे बात करते हैं और आप लोगों को बताते हैं जी लोडर रिक्शों के इंजन का कैसे काम किया जाता है, इसमें कौन कौन सी चीज़ें डाली जाती हैं और इसके लिए कितना ख़र्चा दरकार है। अस्सलाम वालेकुम जी। वालेकुम सलाम। भाजी रक्शा अपना हाँ जी बिल्कुल आपने भाजी की हो गया रक्शे ਨੂੰ रक्शे ਨੂੰ भाई चलाईदा ਤੇ ਫਿਰ ਉਹ ਕੰਮ ਸ਼ਮ ਨਿਕਲਦਾ ਰਹਿੰਦਾ, ਉਹ ਤੇਲ ਸ਼ੇਲ ਘਾਟੇ ਵਾਧਾ ਹੋ ਜੇ ਕਿਸੇ ਟਾਈਮ ਫਿਰ ਉਹ ਗੱਡੀ ਧੂਆਂ ਮਾਰ ਦਿੰਦੀ। ਅੱਛਾ ਜੀ, ਤੇਲ ਦਾ ਕੋਈ ਘਾਟਾ ਵਾਧਾ ਹੋ ਜੇ ਤੇ ਗੱਡੀ ਧੂਆਂ ਮਾਰ ਦਿੰਦੀ ਹੈ। ਗੱਡੀ ਧੂਆਂ ਮਾਰ ਜਾਂਦੀ। ਤੇ ਭਾਜੀ ਅੱਜ ਕੀ ਕੰਮ ਕਰਵਾਇਆ ਜੀ ਇਹਦਾ? ਇਹ ਆਪਣੇ ਉਸਤਾਦ ਨੇ, ਉਸਤਾਦ ਮੁਹਤਰਮ ਜਦੋਂ ਦਾ ਲਿਆਇਆ ਨਾ ਕੋਈ ਕੰਮ ਚੜਾਈਦਾ। ਜੀ ਜੀ, ਇਹ ਮੁਦੱਸਰ ਭਾਈ ਜਿਹੜੇ ਹਾਂਜੀ ਮੁਦੱਸਰ ਭਾਈ ਜਿਹੜੇ ਠੀਕ ਹੋ ਗਿਆ ਜੀ। ਤੇ ਆਈਦਾ ਹੀ ਇਹਨਾਂ ਕੋਲ ਆ ਮਾਸ਼ਾਅੱਲਾ। ਠੀਕ ਹੈ ਜੀ। ਆਇਆ ਅੱਜ ਫਿਰ ਇੰਜਨ ਖੋਲਿਆ, ਕੋਈ ਕੰਮ ਸ਼ਮ ਨਿਕਲਿਆ, ਉਹਨਾਂ ਨੇ ਦੱਸਿਆ, ਉਹਨਾਂ ਨੂੰ ਸਮਾਨ ਸਮੂਨ ਪਾਇਆ ਤੇ ਇਨਸ਼ਾਅੱਲਾ ਇੰਜਨ ਨਵੇਂ ਸਿਰੇ ਤੋਂ ਤਿਆਰ ਹੋਇਆ। ਸਹੀ। ਹੁਣ ਫਿਟਿੰਗ ਕਰਨ ਉਸਤਾਦ ਜੀ ਦਾ ਕਿੰਨਾ ਕੁ ਖਰਚਾ ਆ ਗਿਆ, ਕੀ ਪਾਇਆ ਹੋਇਆ ਇਹਦੇ ਵਿੱਚ, ਕੀ ਕੀਤਾ ਜੀ? ਇਹਦੇ ਵਿੱਚ ਤਕਰੀਬਨ ਇਹ ਜਿਹੜਾ ਇੰਜਨ ਤਿਆਰ ਹੋਇਆ ਇਹਦੇ ਵਿੱਚ ਤੇ ਬ੍ਰੇਕ ਪਿਸਟਨ ਕਲਚ ਪਲੇਟਾਂ, ਠੀਕ ਹੈ। ਹੋਰ ਇਹਦਾ ਜਿਹੜਾ ਕੋਈ ਛੋਟਾ ਛੋਟਾ ਸਮਾਨ ਹੁੰਦਾ ਜਿਹੜਾ ਸਾਡੇ ਇਲਮ 'ਚ ਨਹੀਂ ਵੀ ਆਉਂਦਾ ਜੀ। ਇਹ ਸੀਲਾਂ ਵਗੈਰਾ ਤਕਰੀਬਨ ਇੱਕ ਹਿਸਾਬ ਦਾ ਪੂਰਾ ਇੰਜਨ ਦਾ ਜਿਹੜਾ ਕੰਮ ਹੈ ਨਾ ਕੰਮ ਕੀਤਾ ਹੋਇਆ। ਹਾਂਜੀ ਉਹ ਮੁਕੰਮਲ ਨਵੇਂ ਸਿਰੇ ਤੋਂ। ਤੇ ਭਾਜੀ ਉਹ ਭਾਈ ਕਹਿ ਰਹੇ ਸਨ ਕਿ 15,000 ਰੁਪਇਆ ਖਰਚਾ ਆ ਗਿਆ, ਇੰਨਾ ਜ਼ਿਆਦਾ ਖਰਚਾ ਆ ਗਿਆ ਇੱਕ ਰਕਸ਼ੇ ਤੇ? ਇਹ ਤੇ ਭਾਜੀ ਗੱਡੀਆਂ ਐਸੀਆਂ ਨਾ ਇਹਨਾਂ ਦੇ 20-25,000 ਖਰਚਾ ਆ ਜਾਂਦਾ। ਠੀਕ ਹੈ। ਤੇ ਕੰਮ ਦੇ ਹਿਸਾਬ ਨਾਲ ਨਾ ਜਿਸ ਤਰ੍ਹਾਂ ਦਾ ਕੋਈ ਕੰਮ ਨਿਕਲ ਆਇਆ, ਲੇਕਿਨ ਇਹ ਤਕਰੀਬਨ ਕੋਈ 15 ਤੋਂ 20,000 ਦੀ ਰੇਂਜ ਦੇ ਵਿੱਚ ਨਾ ਜਦੋਂ ਮੁਕੰਮਲ ਇੰਜਨ ਖੁੱਲੇ ਇੰਨਾ ਖਰਚਾ ਆ ਜਾਂਦਾ। ਸਹੀ। ਹਾਂ ਅਗਰ ਖਾਲੀ ਰਿੰਗ ਪਿਸਟਨ ਦਾ ਕੰਮ ਹੋਏ ਤੇ ਫਿਰ ਨਾਰਮਲ ਵੀ ਖਰਚਾ ਹੋ ਜਾਂਦਾ। ਸਰ ਜੀ 15-20,000 ਜਾਂ 25,000 ਰੁਪਇਆ ਖਰਚਾ ਤੇ ਇੱਕ ਗੱਡੀ ਦਾ ਹੁੰਦਾ ਵੇ, ਕਿਤੇ ਗੱਡੀ ਕਿਸੇ ਦਾ ਇੰਜਨ ਕਰਵਾਓ ਯਾਨੀ ਕਿ ਆਲਟੋ ਦਾ ਜਾਂ ਉਹਦਾ ਖਰਚਾ ਆਉਂਦਾ ਵੇ। ਇਹ ਵਜ੍ਹਾ ਹੈ, ਉਹ ਇੱਕ ਘਰੇਲੂ ਇਸਤੇਮਾਲ 'ਚ ਗੱਡੀਆਂ ਆ ਜਾਂਦੀਆਂ। ਠੀਕ ਹੈ ਜੀ। ਇਹ ਆ ਜਾਂਦੀਆਂ ਲੋਡਿੰਗ ਅਨਲੋਡਿੰਗ ਦੇ ਵਿੱਚ। ਸਹੀ ਜੀ। ਇਹ ਉਹਨਾਂ ਦੀ ਜਿੰਨੀ ਕੰਪੈਸਿਟੀ ਹੈ, ਅਗਰ ਉਸ ਤੋਂ ਜ਼ਿਆਦਾ ਅਸੀਂ ਲੋਡ ਪਾਵਾਂਗੇ ਤੇ ਫਿਰ ਤੁਹਾਨੂੰ ਪਤਾ ਫਿਰ ਉਹ ਖਰਚਾ ਕੱਢੇਗੀ ਤੇ ਕਿਸੇ ਟਾਈਮ ਘਾਟਾ ਵਾਧਾ ਹੋ ਜਾਂਦਾ ਸਮਾਨ ਦੇ ਵਿੱਚ ਜਾਂ ਚਲਾਉਣ ਦੇ ਵਿੱਚ। ਹੈ ਤੇ ਇੰਜਨੀ ਚੀਜ਼ ਦਾ ਨਾ ਕੋਈ ਵੀ ਚੀਜ਼ ਖਰਾਬ ਹੋ ਸਕਦੀ। ਤੇ ਭਾਜੀ ਲੋਕ ਕਹਿੰਦੇ ਨੇ ਤੁਸੀਂ ਕਿਰਾਇਆ ਬੜਾ ਜ਼ਿਆਦਾ ਲਈ ਜਾਂਦੇ ਹੋ, ਦੱਸੋਗੇ ਤੁਹਾਡੀ ਕੀ ਦਿਹਾੜੀ ਪੈਂਦੀ ਹੈ, ਮਹੀਨੇ ਦੀ ਕਿੰਨੀ ਕੋਈ ਇਨਕਮ ਹੈਗੀ ਹੈ? ਕਿਰਾਏ ਦੇ ਅਸੀਂ ਲੈਣੇ ਨਾ ਜਦੋਂ ਅਸੀਂ ਅੱਗੇ ਦੇਣੇ ਹੁੰਦੇ ਨੇ, ਉਹਨਾਂ ਸਮਾਨ ਇੰਨਾ ਮਹਿੰਗਾ ਲੈ ਕੇ ਆਇਆ, ਅੱਜ 15-20,000 ਲਾ ਦਿੱਤਾ ਤੇ ਹੁਣ ਘਰੋਂ ਦਾ ਕੋਈ ਵੀ ਨਹੀਂ ਨਾ ਬੰਦਾ ਇਸਤੇਮਾਲ ਕਰੇਗਾ। ਬਿਲਕੁਲ ਸਹੀ ਕਹਿ ਰਹੇ ਹੋ ਭਾਜੀ। ਉਹ ਕਿਰਾਏ ਉਹ ਤੇ ਇੱਕ ਬਸ ਐਵੇਂ ਲੋਕਾਂ ਨੇ ਗਿਲੇ ਬਣਾਏ ਨੇ, ਜੋ ਹਾਲਾਤ ਚੱਲ ਰਹੇ ਨੇ ਸਾਡੇ ਹਿਸਾਬ ਨਾਲ ਤੇ ਨਾਰਮਲ ਕਿਰਾਏ ਨੇ। ਸਹੀ। ਤੇ ਉਸਤਾਦ ਜੀ ਤੁਸੀਂ ਮਹੀਨੇ ਦੇ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ? ਦੇਖੋ ਜੀ ਇਹ ਕਿਹੜਾ ਕੋਈ ਪੱਕੀ ਫੈਕਟਰੀਆਂ 'ਚ ਲੱਗੇ ਆ। ਠੀਕ ਹੈ ਜੀ। ਇਹ ਹਵਾਈ ਰੋਜ਼ੀ ਆ, ਅੱਲਾ ਦੀ ਆਸ ਤੇ ਜਾਈਦਾ। ਕਿਸ ਟਾਈਮ ਅੱਲਾ ਤਾਲਾ ਸਹੀ ਦੇ ਦਿੰਦਾ, ਕੋਈ ਅੱਛੀ ਰੋਜ਼ੀ ਮਿਲ ਜਾਂਦੀ ਹੈ, ਕਿਸ ਟਾਈਮ ਐਸਾ ਹੁੰਦਾ ਹੈ ਜਿਸ ਤਰ੍ਹਾਂ ਜਾਈਦਾ ਉਸ ਤਰ੍ਹਾਂ ਵੀ ਘਰ ਵਾਪਸ ਆ ਜਾਈਦਾ। ਸਹੀ। ਇਹ ਤੇ ਅੱਲਾ ਦੀ ਆਸ ਤੇ ਹੁੰਦਾ ਕੋਈ। ਉਸਤਾਦ ਜੀ ਹਵਾਈ ਰੋਜ਼ੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹਵਾਈ ਰੋਜ਼ੀ ਕੋਈ 30-35,000 ਮਹੀਨੇ ਦਾ ਬਣ ਜਾਂਦਾ ਹੈ? ਸ਼ੁਕਰ ਅੱਲਾ ਪਾਕ ਦਾ, ਕਿਸੇ ਟਾਈਮ ਜ਼ਿਆਦਾ ਬਣ ਜਾਂਦਾ, ਕਿਸੇ ਟਾਈਮ ਤੁਸੀਂ 15-20,000 ਦੀ ਰੇਂਜ 'ਚ ਵੀ ਘਰ ਪਾਓ। ਲੇਕਿਨ ਉਹੀ ਪਹਿਲੇ ਵਾਲੀ ਗੱਲ ਕਿ ਹਵਾਈ ਰੋਜ਼ੀ ਹੈ ਤੇ ਬਕਾਇਆ ਸ਼ੁਕਰ ਅੱਲਾ ਪਾਕ ਦਾ, ਨੌਕਰੀਆਂ ਨਾਲੋਂ ਕਿਸੇ ਦੀ ਮੁਲਾਜ਼ਮਤ ਨਾਲੋਂ ਕਾਫੀ ਅੱਲਾ ਤਾਲਾ ਨੇ ਬਿਹਤਰ ਰੱਖਿਆ। ਠੀਕ ਹੈ, ਸ਼ੁਕਰੀਆ ਉਸਤਾਦ ਜੀ, ਤੁਸੀਂ ਗੱਲਾਂ ਬਾਤਾਂ ਦੱਸੀਆਂ ਤੇ ਜ਼ਰਾ ਹੱਥ ਹਿਲਾ ਦਿਓ ਸਾਡੇ ਵੇਖਣ ਵਾਲਿਆਂ ਨੂੰ, ਬਹੁਤ ਪਤਾ ਲੱਗ ਜੇ। ਇੱਧਰ ਮੁਦੱਸਰ ਭਾਈ ਜ਼ਰਾ ਤੁਸੀਂ ਵੀ ਹੱਥ ਹਿਲਾ ਦਿਓ ਤੇ ਦੱਸ ਦਿਓ ਜ਼ਰਾ।